TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਬੀਤੇ ਕੁਝ ਕੁ ਦਿਨਾਂ ਤੋਂ ਤੁਸੀਂ ਕਾਫੀ ਜ਼ਿਆਦਾ ਡਿਮਾਂਡ ਕਰ ਰਹੇ ਸੀ, ਮੰਗ ਕਰ ਰਹੇ ਸੀ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਜਾਣਕਾਰੀ ਸਾਂਝੀ ਕੀਤੀ ਜਾਵੇ। ਅੱਜ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਅਪਡੇਟਸ ਨੇ, ਕੌਣ ਕੈਨੇਡਾ 'ਚ ਆ ਸਕਦਾ ਹੈ ਤੇ ਕਿਹਦੇ ਦੇ ਉੱਤੇ ਕਿਹੜੀਆਂ ਪਾਬੰਦੀਆਂ ਨੇ। ਬਹੁਤੇ ਦਰਸ਼ਕਾਂ ਨੂੰ 5 ਜੁਲਾਈ ਦਾ ਇੰਤਜ਼ਾਰ ਸੀ, ਕਿਉਂਕਿ ਬੀਤੇ ਦਿਨੀ ਕੈਨੇਡੀਅਨ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਹੋਰਾਂ ਨੇ ਇਹ ਗੱਲ ਆਖ ਦਿੱਤੀ ਸੀ ਕਿ ਕੁਝ ਕੁ ਪਾਬੰਦੀਆਂ ਦੇ ਵਿੱਚ ਢਿੱਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਚੰਗੇ ਸੰਕੇਤ ਨੇ ਕਿ ਢਿੱਲਾਂ ਜੇ ਅੱਜ ਇਸ ਕੋਨੇ ਮਿਲ ਰਹੀਆਂ ਤੇ ਕੱਲ੍ਹ ਨੂੰ ਦੁਨੀਆ ਦੇ ਹੋਰ ਕੋਨੇ ਵਿੱਚ ਵੀ ਮਿਲਣਗੀਆਂ, ਪਰ ਇਹਨੇ ਕੁਝ ਕੁ ਸ਼ੰਕੇ ਵੀ ਪੈਦਾ ਕਰ ਦਿੱਤੇ ਹੈ। ਆਮ ਲੋਕਾਂ ਨੂੰ, ਆਵਾਮ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਹੁਣ ਕੈਨੇਡਾ ਪਹਿਲਾਂ ਵਾਂਗੂ ਬੈਕ ਟੂ ਨਾਰਮਲ ਹੋ ਗਿਆ, ਕੋਈ ਵੀ ਆ ਸਕਦਾ ਤੇ ਕੋਈ ਵੀ ਇੱਥੋਂ ਜਾ ਸਕਦਾ ਹੈ। ਇਸੇ ਹੀ ਮਸਲੇ ਨੂੰ ਅੱਜ ਅਸੀਂ ਆਧਾਰ ਬਣਾਵਾਂਗੇ। ਇਮੀਗ੍ਰੇਸ਼ਨ ਦੇ ਮਾਹਰ ਨੇ, ਐਕਸਪਰਟ ਨੇ, ਜਸਵੀਰ ਕਲੇਰ ਹੈਰੀਟੇਜ ਇਮੀਗ੍ਰੇਸ਼ਨ ਤੋਂ। ਉਹਨਾਂ ਨੂੰ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਬੀਤੇ ਸਮੇਂ ਦੌਰਾਨ ਵੀ ਉਹ ਪ੍ਰੋਗਰਾਮਾਂ ਦੌਰਾਨ ਸ਼ਾਮਲ ਹੁੰਦੇ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਦਿਨ ਲਾਈਵ ਪ੍ਰੋਗਰਾਮ ਵਿੱਚ ਵੀ ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਢਿੱਲਾਂ, ਕਿਸ ਤਰ੍ਹਾਂ ਦੀਆਂ ਪਾਬੰਦੀਆਂ ਹਾਲੇ ਵੀ ਨੇ। ਸਭ ਤੋਂ ਪਹਿਲਾਂ ਜਸਵੀਰ ਕਲੇਰ ਜੀ, ਤੁਹਾਡਾ ਸਵਾਗਤ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬੈਨੀਪਾਲ ਸਾਹਿਬ, ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੀਤੇ ਕੁਝ ਕੁ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ 5 ਜੁਲਾਈ ਦਾ। ਕੱਲ੍ਹ 5 ਜੁਲਾਈ ਲੰਘ ਗਈ ਹੈ ਜੀ, ਤੇ ਬਹੁਤ ਸਾਰੇ ਦਰਸ਼ਕਾਂ ਦੇ ਸਾਨੂੰ ਵੀ ਫੋਨ ਆਏ। ਹੋ ਸਕਦਾ ਤੁਹਾਡੇ ਦਫ਼ਤਰ ਵਿੱਚ ਵੀ ਘੰਟੀਆਂ ਖੜਕਦੀਆਂ ਰਹੀਆਂ ਹੋਣ ਕਿ ਜੀ ਸਭ ਕੁਝ ਖੁੱਲ੍ਹ ਗਿਆ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਸੱਚਮੁੱਚ ਕੁਝ ਢਿੱਲਾਂ ਮਿਲੀਆਂ ਨੇ ਜੀ, ਕੁਝ ਪਾਬੰਦੀਆਂ ਚੁੱਕ ਲਈਆਂ? ਬੈਨੀਪਾਲ ਸਾਹਿਬ, ਪੰਜਾਬੀ ਦੀ ਕਹਾਵਤ ਹੈ ਕਿ ਸ਼ੁਕਰ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ। ਸੋ ਉਹ ਜਿਹੜੀਆਂ ਚੀਜ਼ਾਂ ਵੀ ਹੌਲੀ ਜਿੰਦ ਜਿਹੜੀ ਆ ਸਾਡੀ ਸੁਖਾਲੀ ਹੋਣ ਵੱਲ ਨੂੰ ਵੱਧ ਰਹੀ ਆ। ਸੋ ਇਹ ਸੁਖਾਲੀ ਹੋਣ ਦਾ ਕਾਰਨ ਕੈਨੇਡਾ ਦੇ ਵਿੱਚ ਰੀਜ਼ਨ ਹੈ ਕਿ ਕੈਨੇਡਾ ਨੇ ਆਪਣੀ ਆਲਮੋਸਟ ਸਾਰੀ ਪੋਪੂਲੇਸ਼ਨ ਦੇ ਇੱਕ ਡੋਜ਼ ਘੱਟੋ ਘੱਟ ਜਿਹੜੀ ਆ ਅਪਰੂਵਡ ਵੈਕਸੀਨੇਸ਼ਨ ਦੀ ਲਗਾ ਦਿੱਤੀ ਆ, ਤੇ ਬਹੁਤ ਸਾਰੇ ਸੂਬਿਆਂ 'ਚ ਸੈਕੰਡ ਡੋਜ਼ ਵੀ ਕਾਫੀ ਪੋਪੂਲੇਸ਼ਨ ਦੇ ਲੱਗ ਚੁੱਕੀ ਆ। ਸੋ ਕੈਨੇਡਾ ਨੇ ਆਪਣੇ ਆਪ ਨੂੰ ਫੋਰਟੀਫਾਈ ਕੀਤਾ ਹੋਇਆ ਆ, ਆਪਣੇ ਆਪ ਨੂੰ ਇੱਕ ਲਕਸ਼ਮਣ ਰੇਖਾ ਖਿੱਚੀ ਹੋਈ ਆ ਕਿ ਪਹਿਲਾਂ ਅਸੀਂ ਅੰਦਰਲੇ ਹਾਲਾਤ ਨੂੰ ਬਿਹਤਰ ਕਰ ਲਈਏ, ਸਾਡੀ ਪੋਪੂਲੇਸ਼ਨ ਦੀ ਆਪਣੀ ਇਮਿਊਨਿਟੀ ਡਿਵੈਲਪ ਹੋ ਜਾਵੇ, ਤਾਂ ਕਿ ਜੇ ਬਾਹਰੋਂ ਵਿਜ਼ਟਰਸ ਆਉਂਦੇ ਵੀ ਆ ਤੇ ਅਗਰ ਉਹਨਾਂ ਦੇ ਵਿੱਚ ਕੋਈ ਐਸਾ ਸਿੰਪਟਮ ਆਉਂਦਾ ਵੀ ਆ ਤਾਂ ਉਹ ਟਰਾਂਸਮਿਟ ਨਾ ਹੋ ਸਕੇ। ਉਹਦੇ ਵਾਸਤੇ ਪਾਬੰਦੀਆਂ ਕਾਫੀ ਟਾਈਮ ਤੋਂ ਲਾਗੂ ਸੀਗੀਆਂ, ਤੇ ਉਹ ਪਾਬੰਦੀਆਂ ਦੇ ਵਿੱਚ ਹੌਲੀ ਜਿਸ ਤਰ੍ਹਾਂ ਸਾਡੀ ਪੋਪੂਲੇਸ਼ਨ ਵੈਕਸੀਨੇਟ ਹੋਈ ਜਾ ਰਹੀ ਆ, ਬਾਹਰਲੇ ਕੰਟਰੀਆਂ ਦੇ ਵਿੱਚ ਵੀ ਉਹ ਵੈਕਸੀਨੇਸ਼ਨ ਬਹੁਤ ਸਾਰੇ ਲੋਕਾਂ ਨੂੰ, ਪੋਪੂਲੇਸ਼ਨ ਨੂੰ ਮਿਲ ਚੁੱਕੀ ਆ। ਸੋ ਕੈਨੇਡਾ ਹੌਲੀ ਆਪਣੀਆਂ ਟਰੈਵਲ ਜਿਹੜੀਆਂ ਪਾਬੰਦੀਆਂ ਆ ਉਹਨਾਂ ਨੂੰ ਨਰਮਾਈ ਦੇ ਰਿਹਾ ਆ। ਇਸ ਨਰਮਾਈ ਦੇ ਫੇਜ਼ ਦੇ ਵਿੱਚ ਪਹਿਲਾ ਫੇਜ਼ ਜੁਲਾਈ 5 ਜਿਹਦੀ ਅੱਜ ਹੈ, ਅੱਜ ਤੋਂ ਲਾਗੂ ਕੀਤਾ ਗਿਆ ਆ। ਸੋ ਇਸ ਢਿੱਲ ਦਾ ਮਤਲਬ ਇਹ ਨਹੀਂ ਆ ਕਿ ਹਰ ਕੋਈ ਕੈਨੇਡਾ ਨੂੰ ਆਉਣ ਲਈ ਐਲੀਜੀਬਲ ਹੈਗਾ ਆ, ਜਿਹਦੇ ਕੋਲ ਵੀਜ਼ਾ ਆ ਉਹ ਆ ਸਕਦਾ ਆ। ਐਸਾ ਨਹੀਂ ਆ। ਜਿਹਦੇ ਵਿੱਚ ਵੱਡੀ ਗਿਣਤੀ ਆਉਂਦੀ ਆ ਵਿਜ਼ਿਟਰ ਵੀਜ਼ਾ ਵਾਲਿਆਂ ਦੀ। ਵਿਜ਼ਿਟਰ ਵੀਜ਼ਾਸ ਵਾਲੇ ਅਜੇ ਵੀ ਕੈਨੇਡਾ ਨੂੰ ਆਉਣ ਲਈ ਐਲੀਜੀਬਲ ਕੈਟਾਗਰੀ 'ਚ ਨਹੀਂ ਆਉਂਦੇ। ਚੀਜ਼ਾਂ ਦੋ ਨੇ ਕਿ ਕੈਨੇਡਾ ਦੇ ਵਿੱਚ ਲੋਕਾਂ ਦਾ ਆਉਣਾ, ਪਰ ਕਿਹੜੇ ਲੋਕ ਐਲੀਜੀਬਲ ਆ ਆਉਣ ਵਾਸਤੇ, ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ ਆ। ਸੋ ਨੰਬਰ 1 ਜਿਹੜੀਆਂ ਢਿੱਲਾਂ ਦਿੱਤੀਆਂ ਗਈਆਂ ਉਹ ਕੀ ਨੇ? ਉਹ ਹੈਗੀਆਂ ਨੇ ਕਿ ਜਿਨ੍ਹਾਂ ਨੇ, ਜਿਹੜੇ ਕੈਨੇਡੀਅਨਸ ਕੈਨੇਡਾ ਤੋਂ ਬਾਹਰ ਨੇ, ਜਾਂ ਵਰਕ ਪਰਮਿਟ ਜਾਂ ਸਟੱਡੀ ਪਰਮਿਟ, PR ਜਾਂ ਕੈਨੇਡੀਅਨ ਸਿਟੀਜ਼ਨ ਵਿਜ਼ਟਰਸ ਨੂੰ ਛੱਡ ਕੇ ਅਜੇ ਅਗਰ ਉਹਨਾਂ ਦੇ ਉਸ ਕੰਟਰੀ ਦੇ ਵਿੱਚ 2 ਡੋਜ਼ਸ ਅਪਰੂਵਡ ਵੈਕਸੀਨੇਸ਼ਨ ਦੀਆਂ ਲੱਗ ਚੁੱਕੀਆਂ ਨੇ। ਅਪਰੂਵਡ ਵੈਕਸੀਨੇਸ਼ਨਸ ਕਿਹੜੀਆਂ ਨੇ? ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ, ਕੋਵੀਸ਼ੀਲਡ ਐਂਡ ਜੈਨਸਨ। ਇਹ ਜੌਨਸਨ ਐਂਡ ਜੌਨਸਨ ਦੀ ਵੈਕਸੀਨੇਸ਼ਨ ਆ। ਸਿਰਫ ਤੇ ਸਿਰਫ ਇਹਨਾਂ ਦੇ ਵਿੱਚੋਂ ਅਗਰ ਕਿਸੇ ਦੇ 2 ਵੈਕਸੀਨੇਸ਼ਨਸ ਲੱਗ ਚੁੱਕੀਆਂ ਨੇ, ਉਹਨਾਂ ਦੇ ਕੋਲ ਉਹਨਾਂ ਦਾ ਪ੍ਰੋਪਰ ਰਿਕਾਰਡ ਆ ਕਿ ਸਾਡੇ ਲੱਗੀਆਂ ਨੇ, ਤੇ 14 ਦਿਨ ਹੋ ਚੁੱਕੇ ਨੇ ਉਹਨਾਂ ਵੈਕਸੀਨੇਸ਼ਨਸ ਨੂੰ ਲੱਗੀਆਂ ਨੂੰ, ਫਿਰ ਉਹ ਟਰੈਵਲਰਸ ਜਿਹੜੇ ਆ, ਅਗਰ ਇਹ ਹੋ ਕਿ ਨੰਬਰ 1 ਕੰਡੀਸ਼ਨ ਕਿ ਟਰੈਵਲ ਰਿਸਟ੍ਰਿਕਸ਼ਨਸ ਕਿਹਨਾਂ ਤੇ ਕ੍ਰਾਈਟੀਰੀਆ ਕੀ ਆ। ਦੂਸਰਾ ਹੈਗਾ ਅਗਰ ਵਿਜ਼ਟਰਸ ਦੇ ਵੀ ਉਹ ਵੈਕਸੀਨੇਸ਼ਨਸ ਲੱਗੀਆਂ ਹੋਈਆਂ ਨੇ, ਕੀ ਉਹ ਆ ਸਕਦੇ ਆ? ਨਹੀਂ, ਹਜੇ ਉਹ ਨਹੀਂ ਆ ਸਕਦੇ। ਉਹਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਆ ਕੈਨੇਡੀਅਨ PR ਦੇ, ਸਿਟੀਜ਼ਨਸ ਦੇ, ਜਾਂ ਜਿਹੜੇ ਐਕਸਟੈਂਡਡ ਫੈਮਿਲੀ ਮੈਂਬਰਸ ਆ, ਐਕਸਟੈਂਡਡ ਫੈਮਿਲੀ ਮੈਂਬਰਸ ਜਿਹੜੇ ਹੈਗੇ, ਫੋਰ ਐਗਜ਼ਾਮਪਲ ਅਗਰ ਮੇਰੇ ਭੈਣ ਭਰਾ ਆ,
ਮੇਰੇ ਚਾਚੇ ਤਾਏ ਆ ਉਹਨਾਂ ਦੇ ਕੋਲ ਵਿਜ਼ਟਰ ਵੀਜ਼ਾ ਹੈਗਾ, ਮੇਰੇ ਗ੍ਰੈਂਡ ਪੇਰੈਂਟਸ ਉਹਨਾਂ ਕੋਲ ਵਿਜ਼ਟਰ ਵੀਜ਼ਾ ਹੈਗਾ, ਅਗਰ ਉਹਨਾਂ ਦੇ 2 ਵੈਕਸੀਨੇਸ਼ਨ ਲੱਗ ਵੀ ਚੁੱਕੀਆਂ ਨੇ, ਉਹ ਵੀ ਅਜੇ ਬਿਨਾਂ ਪਰਮਿਸ਼ਨ ਲਿਆ ਕੈਨੇਡਾ ਨੂੰ ਟਰੈਵਲ ਨਹੀਂ ਕਰ ਸਕਦੇ। ਪਰ ਜਸਵੀਰ ਸਿੰਘ ਇੱਥੇ ਇੱਕ ਦੱਸਿਓ, ਐਕਸਟੈਂਡਡ ਫੈਮਿਲੀ ਤੁਸੀਂ ਗੱਲ ਦੱਸ ਦਿੱਤੀ, ਮੰਨ ਲਓ ਕਿ ਤੁਹਾਡੇ ਮਾਂ-ਬਾਪ ਰਹਿੰਦੇ ਆ ਪਰ ਤੁਸੀਂ ਇੱਥੇ ਜਾਂ ਸਟੂਡੈਂਟ ਹੋ, PR ਹੋ ਜਾਂ ਕੈਨੇਡੀਅਨ ਸਿਟੀਜ਼ਨ ਹੋ, ਪਰ ਉਹਨਾਂ ਕੋਲ ਸਿਰਫ ਵਿਜ਼ਟਰ ਵੀਜ਼ਾ ਹੈ, ਕੀ ਉਹ ਆ ਸਕਦੇ ਆ? 2 ਕੈਟਾਗਰੀਜ਼ ਨੇ ਇਹਦੇ ਵਿੱਚ ਵਿਜ਼ਟਰਸ ਦੀਆਂ ਜਿਹੜੀਆਂ ਗਵਰਨਮੈਂਟ ਨੇ ਡਿਵੀਜ਼ਨ ਕੀਤੀ ਹੋਈ ਆ। ਅਗਰ ਕਿਸੇ ਪਰਮਾਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਸਿਟੀਜ਼ਨ ਦੇ ਮਾਂ-ਬਾਪ ਨੇ ਤਾਂ ਉਹ ਕੈਨੇਡਾ ਨੂੰ ਟਰੈਵਲ ਕਰਨ ਲਈ ਐਲੀਜੀਬਲ ਹੈਗੇ ਆ, ਉਹ ਐਲੀਜੀਬਲ ਫੋਰਨ ਨੈਸ਼ਨਲਸ ਦੀ ਕੈਟਾਗਰੀ 'ਚ ਆਉਂਦੇ ਨੇ। ਉਹਨਾਂ ਦੇ ਉੱਤੇ ਫਿਰ ਉਹੀ ਆ ਕਿ 2 ਉਹਨਾਂ ਦੇ ਕੋਲ ਅਗਰ ਵੈਕਸੀਨੇਸ਼ਨਸ ਅਪਰੂਵਡ ਲੱਗੀਆਂ ਹੋਈਆਂ ਨੇ, 14 ਦਿਨ ਲੱਗੀ ਨੂੰ ਹੋ ਚੁੱਕੇ ਨੇ, ਸਿੰਪਟਮਸ ਕੋਈ ਕੋਵਿਡ ਦੇ ਨਹੀਂ ਹੈਗੇ, ਅਰਾਈਵ ਕੈਨ ਐਪ ਦੇ ਥਰੂ ਉਹਨਾਂ ਨੇ ਆਪਣਾ ਪੂਰੀ ਡਾਕੂਮੈਂਟੇਸ਼ਨ, ਜਿਹੜੀ ਅਰਾਈਵ ਕੈਨ ਐਪ ਅੱਜ ਅਪਡੇਟ ਕੀਤੀ ਗਈ ਆ, ਉਹਦੇ ਥਰੂ ਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਉਹ ਇਨਫੋਰਮੇਸ਼ਨ ਤੇ ਅਪਰੂਵਡ ਵੈਕਸੀਨੇਸ਼ਨ ਦਾ ਪ੍ਰੂਫ ਉਹਦੇ ਤੇ ਦੇਣਾ ਆ। ਫਿਰ ਜਦੋਂ ਕੈਨੇਡਾ ਅਰਾਈਵ ਕਰਦੇ ਨੇ ਤਾਂ ਉਹਨਾਂ ਨੂੰ ਅਗਰ ਉਹ ਪ੍ਰੂਫ, ਅਗਰ CBSA ਆਫਿਸਰ ਕਨਵਿੰਸ ਹੈ ਤਾਂ ਉਹਨਾਂ ਨੂੰ 3 ਦਿਨ ਦਾ ਜਿਹੜਾ ਹੋਟਲ ਦੀ ਸਟੇ ਹੁੰਦੀ ਸੀ ਉਹ ਵੀ ਨਹੀਂ ਕਰਨੀ ਪਏਗੀ, 14 ਦਿਨ ਦਾ ਜਿਹੜਾ ਕੁਆਰੰਟੀਨ ਬਾਹਰ ਆ ਕੇ ਹੁੰਦਾ ਸੀ ਉਹ ਵੀ ਉਹਨੂੰ ਕਰਨੀ ਨਹੀਂ ਪਏਗੀ। ਹੁਣ ਦੂਜੇ ਵਿਜ਼ਿਟਰਸ ਨੇ, ਜਿਸ ਤਰ੍ਹਾਂ ਤੁਸੀਂ ਦੱਸੇ ਕਿਹਾ ਕਿ ਅਗਰ ਕੋਈ ਸਟੂਡੈਂਟ ਹੈ, ਕੋਈ ਵਰਕ ਪਰਮਿਟ ਹੈ, ਉਹਦੇ ਮਾਂ-ਬਾਪ ਦੇ ਕੋਲ ਵਿਜ਼ਟਰ ਵੀਜ਼ਾ ਹੈਗਾ, ਪਰ ਉਹ ਕਿਉਂਕਿ ਐਲੀਜੀਬਲ ਟਰੈਵਲਰ ਦੀ ਲਿਸਟ 'ਚ ਨਹੀਂ ਆਉਂਦੇ, ਇਸ ਕਰਕੇ ਵੈਕਸੀਨੇਸ਼ਨ ਲੱਗੀ ਹੋਣ ਦੇ ਬਾਵਜੂਦ ਵੀ ਉਹ ਅਜੇ ਐਜ਼ ਆਫ ਜੁਲਾਈ 5 ਟਰੈਵਲ ਨਹੀਂ ਕਰ ਸਕਦੇ। ਅੱਛਾ, ਹੁਣ ਸਵਾਲ ਪੈਦਾ ਇਹ ਹੁੰਦਾ ਕਿ ਖਬਰਾਂ ਵਿੱਚੋਂ ਵਿੱਚ ਇਹ ਮਿਲੀ ਜਾਂਦੀਆਂ ਨੇ, ਤਸਦੀਕ ਕਰਿਓ, ਕਿ ਵਿਜ਼ਟਰ ਵੀਜ਼ੇ ਖੋਲ੍ਹ ਦਿੱਤੇ ਗਏ ਨੇ, ਜਿਹੜੀਆਂ ਫਾਈਲਸ ਪਹਿਲੀਆਂ ਸਨ ਉਹਨਾਂ ਦੇ ਉੱਤੇ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ, ਕੀ ਇਹ ਚੱਲ ਰਿਹਾ ਜੀ ਕੰਮ? ਮਾਰਚ 18 2020 ਜਿਸ ਦਿਨ ਇਹ ਸਾਰੀਆਂ ਟਰੈਵਲ ਪਾਬੰਦੀਆਂ ਲਗਾਈਆਂ ਗਈਆਂ ਸੀ, ਅੰਬੈਸੀਜ਼ ਬੰਦ ਹੋ ਗਈਆਂ ਸੀਗੀਆਂ, ਕੰਮ ਘਟ ਗਿਆ ਸੀਗਾ, ਸਾਰੀਆਂ ਟੈਂਪਰੇਰੀ ਰੈਜ਼ੀਡੈਂਸ ਦੀਆਂ ਜਿੰਨੀਆਂ ਫਾਈਲ ਹੈ, ਕੋਈ ਵਰਕ ਪਰਮਿਟ ਹੈ, ਕੋਈ ਸਟੂਡੈਂਟ ਹੈ, ਕੋਈ ਵਿਜ਼ਿਟਰ ਹੈ, ਸਟੂਡੈਂਟਸ ਦੀਆਂ ਫਾਈਲਾਂ ਨੂੰ ਤਾਂ ਉਹ ਪ੍ਰੋਸੈਸ ਕਰਦੇ ਰਹੇ ਨੇ, ਐਸੈਂਸ਼ੀਅਲ ਵਰਕ ਪਰਮਿਟ ਦੀਆਂ ਨੂੰ ਵੀ ਕਰਦੇ ਰਹੇ ਨੇ, ਪਰ ਵਿਜ਼ਿਟਰਸ ਦੀਆਂ ਫਾਈਲਾਂ ਪਿਛਲੇ 1 ਸਾਲ ਤੋਂ ਪ੍ਰੈਕਟੀਕਲੀ, ਬੈਨੀਪਾਲ ਸਾਹਿਬ, ਪ੍ਰੈਕਟੀਕਲੀ ਫਰਵਰੀ ਜਾਂ ਮਾਰਚ 2020 ਦੀਆਂ ਫਾਈਲਾਂ ਸੁਪਰ ਵੀਜ਼ੇ ਦੀਆਂ ਜਾਂ ਦੂਜੇ ਵਿਜ਼ਟਰ ਵੀਜ਼ੇ ਦੀਆਂ ਉਹ ਅਜੇ ਵੀ ਪ੍ਰੋਸੈਸ 'ਚ ਪਈਆਂ ਨੇ, ਪੈਂਡਿੰਗ ਪਈਆਂ ਨੇ, ਇੰਸ਼ੋਰੈਂਸਾਂ ਖਤਮ ਹੋ ਗਈਆਂ, ਐਕਸਟੈਂਡ ਕਰਵਾ ਕੇ ਅੱਗੇ ਪਾ ਰਹੇ ਹਾਂ। ਜੇ ਉਹਨਾਂ ਤੇ ਹਜੇ ਪ੍ਰੋਸੈਸਿੰਗ, ਜੇ ਅਸੀਂ ਕਹੀਏ ਕਿ 100% ਸਟਾਰਟ ਹੋ ਗਈ ਜਾਂ ਨਹੀਂ, ਅਗਰ ਮੈਂ ਇੱਥੋਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੈ ਆਪਣੇ ਮਾਂ-ਬਾਪ ਜਾਂ ਕਿਸੇ ਦੋਸਤ ਮਿੱਤਰ ਭੈਣ ਭਰਾ ਦਾ, ਮੈਨੂੰ ਪ੍ਰੂਫ ਦੇਣਾ ਪਏਗਾ ਕਿ ਮੈਨੂੰ ਇੰਨੀ ਅਰਜੈਂਸੀ ਉਹਨਾਂ ਨੂੰ ਇੱਥੇ ਬੁਲਾਉਣ ਦੀ ਕਿਉਂ ਆ। ਉਹ ਪ੍ਰੂਫ ਅਗਰ ਮੈਡੀਕਲੀ ਕੈਟਾਗਰੀ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆਉਂਦਾ ਆ, ਫਿਰ ਉਹਨਾਂ ਦੀ ਫਾਈਲ ਜਿਹੜੀ ਆ ਕਿਊ ਦੇ ਵਿੱਚੋਂ ਕੱਢ ਕੇ ਆਫਿਸਰ ਛੇਤੀ ਪ੍ਰੋਸੈਸ ਕਰ ਸਕਦੇ ਆ। ਪਰ ਇਹ ਨਹੀਂ ਆ ਕਿ ਹਾਲਾਤ ਆਮ ਵਰਗੇ ਹੋ ਗਏ ਆ ਕਿ ਅੱਜ ਅਸੀਂ ਵਿਜ਼ਟਰ ਵੀਜ਼ੇ ਦੀ ਫਾਈਲ ਜਮ੍ਹਾਂ ਕਰਵਾਈ ਤੇ ਮਹੀਨੇ ਦੇ ਵਿੱਚ ਯੈਸ ਔਰ ਨੋ ਦਾ ਰਿਜ਼ਲਟ ਆ ਜਾਣਾ ਆ। ਪਿਛਲੇ, ਕਿਉਂਕਿ ਆਨਲਾਈਨ ਸਿਸਟਮ ਬੈਨੀਪਾਲ ਸਾਹਿਬ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਕਦੇ ਵੀ ਬੰਦ ਨਹੀਂ ਹੋਇਆ, ਕਦੇ ਵੀ ਉਹਨਾਂ ਨੇ ਆਨਲਾਈਨ ਦੇ ਵਿੱਚ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੀ ਫਾਈਲ ਨਹੀਂ ਲੈਣੀ। ਲੋਕੀ ਫਾਈਲਾਂ ਆਲ ਅਰਾਊਂਡ ਦਾ ਵਰਲਡ ਤੋਂ ਲਗਾਉਂਦੇ ਰਹੇ ਆ। ਉਹ ਫਾਈਲਾਂ ਦਾ ਬੈਕਲੌਗ ਬਹੁਤ ਵੱਡਾ ਬਣ ਚੁੱਕਾ ਆ। ਅਗਰ ਕੋਈ CIC ਦੀ ਵੈਬਸਾਈਟ ਤੇ ਜਾ ਕੇ ਉਹਦਾ ਟਰੈਵਲ, ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਦੇਖਦੇ ਆ, ਕਦੇ 112 ਦਿਨ ਜਾਂ 100 ਦਿਨ ਸ਼ੋ ਕਰਦਾ ਆ, ਉਹ ਐਕੂਰੇਟ ਟਾਈਮ ਨਹੀਂ ਆ ਹਜੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਆਪਣੀ ਫਾਈਲ ਨੂੰ, ਪਰ ਅੰਬੈਸੀ ਪਿੱਛੇ ਸੈਂਟਰਲਾਈਜ਼ਡ ਇੱਕ ਆਫਿਸ ਹੈ, ਉਹਦੇ ਕੋਲ ਲੱਖਾਂ ਹੀ ਹਜ਼ਾਰਾਂ ਹੀ ਫਾਈਲਾਂ ਲਾਈਨ 'ਚ ਲੱਗੀਆਂ ਹੋਈਆਂ। ਉਹ ਇੰਨਾ ਟਾਈਮਲੀ ਡਿਸੀਜ਼ਨ ਹਜੇ ਨਹੀਂ ਦੇ ਪਾਉਣਗੇ। ਫੁੱਲ ਕਪੈਸਿਟੀ ਦੇ ਵਿੱਚ ਕੁਛ ਵੀ ਚੀਜ਼ ਸ਼ੁਰੂ ਨਹੀਂ ਹੋਈ, ਸਿਰਫ ਐਕਸੈਪਸ਼ਨਲ ਕੇਸਿਸ ਦੇ ਵਿੱਚ। ਅੱਛਾ, ਇਹ ਕੇਸ ਕਿਹੜੀ ਕੈਟਾਗਰੀ 'ਚ ਆਏਗਾ? ਮੰਨ ਲਓ ਕੋਈ ਇੱਥੇ ਦੇ ਲੜਕੀ ਰਹਿੰਦੀ ਹੈ, ਕੋਈ ਮਹਿਲਾ ਰਹਿੰਦੀ ਹੈ, ਉਹਦੇ ਬੱਚਾ ਹੋਇਆ ਜਾਂ ਹੋਣ ਵਾਲਾ ਹੈ, ਨਾਲ ਉਹਦੇ ਕੋਈ ਹੱਥ ਵਟਾਉਣ ਵਾਲਾ ਇੱਥੇ ਹੈ ਨਹੀਂ, ਕਿ ਉਹ ਆਪਣੀ ਮਾਂ ਨੂੰ, ਆਪਣੀ ਮਦਰ ਇਨ ਲਾ ਨੂੰ ਅਪਲਾਈ ਕਰ ਸਕਦੀ ਹੈ? ਬਿਲਕੁਲ ਜੀ, ਐਸੇ ਕੇਸ ਬਹੁਤ ਆਏ ਆ ਜਿੱਥੇ ਅਪਲਾਈ ਵੀਜ਼ੇ ਕੀਤੇ ਵੀ ਹੋਏ ਆ ਤੇ ਕੀਤੇ ਜਾ ਵੀ ਚੁੱਕੇ ਆ ਤੇ ਹੁਣ ਵੀ ਕਰ ਰਹੇ ਆ। ਉਹਦੇ ਵਿੱਚ ਡਾਕਟਰਸ ਤੋਂ ਲੈਟਰਸ ਲਗਾਈਆਂ ਜਾ ਰਹੀਆਂ ਹੈ ਕਿ ਉਹਨਾਂ ਦੀ ਜਿਹੜੀ ਪ੍ਰੈਗਨੈਂਸੀ ਆ ਉਹਦੇ ਵਿੱਚ ਕੋਈ ਕੰਪਲੀਕੇਸ਼ਨਸ ਨੇ ਜਾਂ ਪਿੱਛੇ ਹੋਰ ਕੋਈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਹੈਲਪ ਕਰਾਉਣ ਨੂੰ ਅਸਿਸਟੈਂਸ ਵਗੈਰਾ ਨਹੀਂ ਆ, ਪਹਿਲਾਂ 1-2 ਬੱਚੇ ਛੋਟੇ ਆ, ਹਸਬੈਂਡ ਫੁੱਲ ਟਾਈਮ ਕੰਮ ਤੇ ਆ, ਇਹ ਸਾਰੀਆਂ ਹਿਊਮੈਨਿਟੇਰੀਅਨ ਰੀਜ਼ਨ ਹੈਗੇ ਆ। ਪਰ ਫਿਰ ਵੀ ਜੇ ਅਸੀਂ ਕਹੀਏ ਕਿ ਆਫਿਸਰ ਨੂੰ ਪ੍ਰਾਇੋਰਟੀ ਦੇ ਦੇਗਾ, ਇਹ ਆਫਿਸਰ ਤੇ ਹੀ ਡਿਪੈਂਡ ਕਰਦਾ ਆ। ਗਵਰਨਮੈਂਟ ਨੇ ਉਹਨੂੰ ਕੋਈ ਐਸੀ ਡਾਇਰੈਕਟ ਗਾਈਡਲਾਈਨ ਨਹੀਂ ਦਿੱਤੀ ਹੋਈ, ਪਰ ਹਾਂ
ਕੁਝ ਵਿਜ਼ਟਰ ਵੀਜ਼ੇ ਹੈਗੇ ਆ ਜਿਹੜੇ ਹੁਣ ਅਸੀਂ ਪ੍ਰੋਸੈਸ ਕਰਵਾਏ ਆ। ਉਹ ਇਹ ਨਹੀਂ ਵੀ ਅਸੀਂ ਹੀ ਕਰਵਾਏ ਆ, ਉਹ ਕੋਈ ਵੀ ਕਰਵਾ ਸਕਦਾ ਆ, ਆਪ ਵੀ ਕੋਈ ਕਰਵਾ ਸਕਦਾ ਆ। ਉਹਦੇ ਵਿੱਚ ਕੰਡੀਸ਼ਨ ਸੀਗੀ ਕਿ ਪਬਲਿਕ ਹੈਲਥ ਏਜੰਸੀ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਆਫਿਸ ਆਪਣੇ ਮੈਡੀਕਲ ਡਾਕਟਰਸ ਨੇ, ਉਹ ਨਹੀਂ, ਇੱਕ ਜਿਹੜੀ ਪਬਲਿਕ ਹੈਲਥ ਏਜੰਸੀ ਆ PHAC, ਅਗਰ ਉਹਨੂੰ ਤੁਸੀਂ ਟਾਈਪ ਕਰੋ PHAC ਦਾ ਆਫਿਸ, ਤੁਹਾਡੇ ਸ਼ਹਿਰ ਦੇ ਵਿੱਚ ਉਹ ਐਡਰੈਸ ਦੇਣਗੇ ਕਿੱਥੇ ਆਫਿਸ। ਉਸ ਆਫਿਸ ਤੋਂ ਸਾਨੂੰ ਲੈਟਰ ਲੈਣੀ ਪੈਂਦੀ ਆ ਕਿ ਇਹ ਕਿਹੜੀ ਐਡੀ ਵੱਡੀ ਫੈਮਿਲੀ ਮੈਡੀਕਲ ਐਮਰਜੈਂਸੀ ਆ ਜਿਹੜੇ ਦੇ ਵਿੱਚ ਉਹਨਾਂ ਦਾ ਇੰਡੀਆ ਤੋਂ ਜਾਂ ਆਪਣੇ ਹੋਰ ਕੰਟਰੀ ਤੋਂ ਆਉਣਾ ਮੈਂਡੇਟਰੀ ਹੋ ਗਿਆ ਆ, ਲਾਜ਼ਮੀ ਹੋ ਗਿਆ। ਅਗਰ ਉਹ ਪਬਲਿਕ ਹੈਲਥ ਏਜੰਸੀ ਲੈਟਰ ਸਾਨੂੰ ਦੇ ਦਿੰਦੀ ਆ ਤਾਂ ਸਰ ਜੀ ਵਿਦਿਨ 10 ਔਰ 15 ਡੇਜ਼ ਅੰਬੈਸੀ ਵਾਲੇ ਵੀਜ਼ਾ ਸਟੈਂਪ ਕਰੇ ਤੋਂ ਬਗੈਰ ਇੱਕ ਪੇਪਰ ਦੇ ਦਿੰਦੇ ਆ, ਜਿਹਦੇ ਨਾਲ ਤੁਹਾਡਾ ਫੈਮਿਲੀ ਮੈਂਬਰ ਕੈਨੇਡਾ ਆ ਜਾਂਦਾ ਆ। ਤੇ ਇਹ ਪ੍ਰੈਕਟੀਕਲੀ ਹੋ ਰਿਹਾ ਆ ਜੀ। ਅੱਛਾ, ਇੱਕ ਹੁਣ ਹੋਰ ਦੱਸਿਓ, ਕੁਝ ਕੁ ਮਹੀਨੇ ਪਹਿਲਾਂ 90,000 ਐਪਲੀਕੈਂਟ ਉਹ ਸਨ ਜਿਹੜੇ ਵਿਦਿਨ ਕੈਨੇਡਾ ਪੱਕੇ ਕੀਤੇ ਜਾਣ ਦਾ ਜ਼ਿਕਰ ਸੀ। ਉਹਨਾਂ ਦੇ ਵਿੱਚ ਵੈਸੇ ਤਾਂ ਜੇ ਆਪਾਂ 90,000 ਤਾਂ ਐਪਲੀਕੈਂਟ ਨੇ, ਹੋ ਸਕਦਾ ਕਿ ਨਾਲ 2-2 3-3 4-4 ਜੀ ਹੋਣ, ਹੋ ਸਕਦਾ 2 ਲੱਖ ਬਣ ਜਾਂਦੇ ਹੁਣ, 2.5 ਬਣ ਜਾਂਦੇ ਹੁਣ, 3 ਕੈਟਾਗਰੀ ਮੇਰੇ ਖਿਆਲ 4 ਹੀ ਬਣ ਜਾਂਦੀਆਂ ਸੀ ਜੇ ਕੁਬੈਕ ਨੂੰ ਲਾ ਕੇ ਲਾਈਏ, ਪਰ ਆਮ ਲੋਕਾਂ ਵਾਸਤੇ ਉਹ 3 ਸੀ। ਕੀ ਉਹ ਪੂਰੀਆਂ ਹੋ ਗਈਆਂ ਜੀ? ਜਿਹੜੀਆਂ ਉਹ ਕੈਟਾਗਰੀਜ਼ ਹੈ, ਉਹਨਾਂ ਕੈਟਾਗਰੀਜ਼ ਦੇ ਵਿੱਚ ਅਜੇ ਕਿਉਂਕਿ ਸਟੂਡੈਂਟਸ ਦੀ ਕੈਟਾਗਰੀ ਫੁੱਲ ਹੋ ਗਈ ਸੀ 2 ਦਿਨ ਦੇ ਬਾਅਦ। ਉਸ ਤੋਂ ਬਾਅਦ ਜਿਹੜੀਆਂ 2 ਕੈਟਾਗਰੀਜ਼ ਬਚਦੀਆਂ ਸੀ, ਇੱਕ ਹੈਲਥ ਵਾਲੀ, ਇੱਕ ਨਾਨ ਅਸੈਂਸ਼ੀਅਲ ਵਰਕਰ। ਹੈਲਥ ਵਾਲੀ ਦੇ ਵਿੱਚ ਕੈਟਾਗਰੀਜ਼ 20,000 ਫਾਈਲਾਂ ਸੀਗੀਆਂ ਤੇ ਐਜ਼ ਆਫ ਟੂਡੇ ਸ਼ਾਇਦ 2500 ਦੇ ਕਰੀਬ ਜਾਂ 2800 ਦੇ ਕਰੀਬ ਫਾਈਲਾਂ ਹੋਈਆਂ ਆ। ਤੇ ਜਿਹੜੀ ਨਾਨ ਅਸੈਂਸ਼ੀਅਲ ਆ, ਜਿਸ ਦੇ ਵਿੱਚ 100 ਤੋਂ ਉੱਪਰ ਆਕੂਪੇਸ਼ਨਸ ਆਉਂਦੇ ਨੇ, ਉਹਦੇ ਵਿੱਚ ਐਜ਼ ਆਫ ਟੂਡੇ ਕੋਈ 19,500 20,000 ਦੇ ਕਰੀਬ ਫਾਈਲਾਂ ਹੋਈਆਂ, 10,000 ਅਜੇ ਵੀ ਪਈਆਂ ਨੇ। ਸੋ ਉਹਦੇ ਵਿੱਚ ਹੌਲੀ ਹੌਲੀ ਫਿਲ ਹੋ ਰਿਹਾ ਆ, ਦੇਖੋ ਕਦੋਂ ਉਹ ਚੀਜ਼ ਫਿਲ ਹੁੰਦੀ ਹੈ ਜੀ। ਕਲੇਰ ਸਾਹਿਬ, ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ ਹੈ, ਕੋਈ ਹੋਰ ਜਾਣਕਾਰੀ ਜਾਂ ਇਸ ਤਰ੍ਹਾਂ ਦਾ ਸਵਾਲ ਜਿਹੜਾ ਕਾਮਨ ਹੋਵੇ ਜਾਣ ਤੋਂ ਪਹਿਲਾਂ ਉਹ ਦਰਸ਼ਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਜੀ? ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚੇਂਜਸ ਹੋ ਰਹੀਆਂ ਆ, ਪਰ ਨਾਲ ਦੀ ਨਾਲ ਸਾਨੂੰ ਥੋੜ੍ਹਾ ਜਿਹਾ ਵਿਜੀਲੈਂਟ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਵੀ ਕੋਈ ਨਿਊਜ਼ ਆਉਂਦੀ ਆ, ਉਹ ਨਿਊਜ਼ ਨੂੰ ਬਹੁਤ ਇਨਫਲੇਟ ਕਰ ਦਿੱਤਾ ਜਾਂਦਾ ਆ। ਉਸ ਨਿਊਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾਂਦਾ ਆ। ਸੋ ਉਹਦੇ ਵਿੱਚ ਬੈਟਰ ਹੈ ਕਿ ਅਸੀਂ cic.gc.ca ਵੈਬਸਾਈਟ 'ਤੇ ਜਾ ਕੇ ਆਪ ਫਾਈਂਡ ਆਊਟ ਕਰ ਲਈਏ। ਅਫਵਾਹਾਂ ਵਾਲੀ ਜਿਹੜੀ ਵੀ ਨਿਊਜ਼ ਬਹੁਤ ਸੌਖੀ ਲੱਗੇ, ਉਹਦੇ 'ਤੇ ਥੋੜ੍ਹਾ ਜਿਹਾ ਸ਼ੱਕ ਜ਼ਰੂਰ ਕਰੀਏ ਕਿ ਇਹ ਕੀ ਵਾਕਈ ਇੰਨੀ ਚੀਜ਼ ਸੌਖੀ ਹੋ ਚੁੱਕੀ ਆ। ਸੋ ਉਸ ਪ੍ਰਚਾਰ ਤੋਂ ਥੋੜ੍ਹਾ ਜਿਹਾ ਪਿੱਛੇ ਰਹੀਏ। ਬਾਕੀ ਕੈਨੇਡਾ ਬੜਾ ਬਨੈਵਲੈਂਟ ਕੰਟਰੀ ਆ, ਆਪਣੇ ਸਿਟੀਜ਼ਨਸ, ਆਪਣੇ PR, ਆਪਣੇ ਸਟੂਡੈਂਟਸ, ਆਪਣੇ ਵਿਜ਼ਟਰ, ਆਪਣੇ ਵਰਕ ਪਰਮਿਟ, ਸਾਰੇ ਤਰ੍ਹਾਂ ਦੇ ਕੈਂਡੀਡੇਟਸ ਦਾ ਖਿਆਲ ਰੱਖ ਰਿਹਾ ਆ। ਪਰ ਸਿਹਤ ਵੀ ਜ਼ਰੂਰੀ ਆ, ਸਿਹਤ ਰਹੇਗੀ ਤੇ ਸਾਰਾ ਕੁਝ ਹੋਏਗਾ। ਚੀਜ਼ਾਂ ਖੁੱਲ੍ਹ ਰਹੀਆਂ ਨੇ, ਸੋ ਆਉਣ ਵਾਲੇ ਸਮੇਂ 'ਚ ਹੋਰ ਬਿਹਤਰ ਹੋਏਗਾ। ਬਸ ਸਹੀ ਤੇ ਐਕੂਰੇਟ ਜਾਣਕਾਰੀ ਨੂੰ ਧਿਆਨ 'ਚ ਰੱਖੋ, ਫਿਰ ਕੌੜੀ ਵੀ ਹੋਵੇ ਤਾਂ ਮੰਨ ਲਓ ਜੀ। ਜ਼ਰੂਰੀ ਨਹੀਂ ਕਿ ਹਰ ਮਿੱਠੀ ਚੀਜ਼ ਚੰਗੀ ਹੋਏਗੀ ਸਿਹਤ ਲਈ। ਸੋ ਜੇ ਕੌੜੀ ਵੀ ਹੈਗੀ ਆ ਤਾਂ ਕੋਈ ਗੱਲ ਨਹੀਂ। ਸੋ ਇਹੀ ਹੈ ਜੀ ਕਹਿਣਾ। ਬਾਕੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਅਗਰ ਲਾਈਵ ਦੇ ਵਿੱਚ ਛੇਤੀ ਆਵਾਂਗੇ, ਫਿਰ ਸਾਰਿਆਂ ਦੇ ਸਵਾਲ ਜਵਾਬ ਲਾਈਵ ਵੀ ਜ਼ਰੂਰ ਆਪਾਂ ਕਰਾਂਗੇ, ਕਿਉਂਕਿ ਇਹ ਬੜਾ ਜ਼ਰੂਰੀ ਸੀ, ਬਹੁਤ ਲਾਜ਼ਮੀ ਸੀ। ਮਿਸ ਇਨਫੋਰਮੇਸ਼ਨ ਬਹੁਤ ਜਾ ਰਹੀ ਹੈ ਕਿ ਕੈਨੇਡਾ ਖੁੱਲ੍ਹ ਗਿਆ, ਵਿਜ਼ਟਰ ਆ ਜਾਓ, ਫਲਾਣਾ ਵੀ ਆ ਜਾਓ, ਧਮਕਾ ਵੀ ਆ ਜਾਓ। ਇਸ ਕਰਕੇ ਸ਼ਾਰਟ ਨੋਟਸ ਦੇ ਉੱਤੇ ਮੈਨੂੰ ਪਤਾ ਕਿ ਇਸ ਵਕਤ ਤੁਸੀਂ ਘਰ ਵਿੱਚ ਆਏ ਸੀ, ਖਾਣਾ ਪਾਣੀ ਵੀ ਬਣ ਰਿਹਾ, ਵਿੱਚ ਭਾਂਡੇ ਟਿੰਡੇ ਵੀ ਖੜਕਦੇ ਸੁਣਦੇ ਹੋਣਗੇ, ਦਰਸ਼ਕਾਂ ਨੂੰ ਮਾਫੀ ਚਾਹਣਗੇ, ਪਰ ਇਹਦੇ ਨਾਲ ਹੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਫਿਰ ਕਿਸ ਤਰ੍ਹਾਂ ਗੱਲਬਾਤ ਕਰਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ ਸਾਹਿਬ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਹੈਰੀਟੇਜ ਇਮੀਗ੍ਰੇਸ਼ਨ ਐਂਡ ਟੈਕਸ ਤੋਂ ਜਸਵੀਰ ਕਲੇਰ ਸਾਹਿਬ, ਜਿਨ੍ਹਾਂ ਨੇ ਕੁਝ ਕਮੈਂਟਾਂ ਦੇ ਵਿੱਚ ਬਹੁਤ ਸਾਰੀ ਕੀਮਤੀ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਫਲੋਟ ਹੋ ਰਹੀ ਹੈ ਕਿ ਹਾਂਜੀ ਕੈਨੇਡਾ ਖੁੱਲ੍ਹ ਗਿਆ, ਜਿਹੜਾ ਮਰਜ਼ੀ ਆ ਜਾਏ। ਇੰਜ ਨਹੀਂ ਹੈ। ਉਮੀਦ ਕਰ ਰਿਹਾ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ। ਜੇਕਰ ਸੱਚਮੁੱਚ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਦੇ ਹੋਰ ਵੀ ਕੰਮ ਆ ਸਕੇ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।